ਹੈਲੋ एवरीवन ਵੈਲਕਮ ਟੂ ਦਿਸ ਚੈਨਲ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ PS ਟੈਟ ਪੇਪਰ ਦੇ ਲਈ ਸਾਇੰਸ ਦੀ ਰਿਵੀਜ਼ਨ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕੁਐਸਚਨਸ ਪਲੱਸ ਪ੍ਰੀਵੀਅਸ ਈਅਰ ਕੁਐਸਚਨਸ ਡਿਸਕਸ ਕਰਦੇ ਹਾਂ। ਤੇ 12 ਤਰੀਕ ਨੂੰ ਟੈਟ ਕੰਡਕਟ ਕਰਵਾਇਆ ਜਾ ਰਿਹਾ ਹੈ ਤੇ ਕੱਲ੍ਹ ਤੋਂ ਯਾਨੀ ਕਿ 8 ਮਾਰਚ ਤੋਂ ਜਿਸ ਦੇ ਐਡਮਿਟ ਕਾਰਡ ਵੀ ਡਾਊਨਲੋਡ ਹੋਣ ਲੱਗ ਜਾਣਗੇ। ਸੋ ਆਪਣੇ ਕੋਲ ਹੁਣ 3-4 ਦਿਨ ਹੀ ਬਚੇ ਨੇਗੇ, ਤਾਂ ਆਪਣੀ ਰਿਵੀਜ਼ਨ ਨੂੰ ਡਬਲ ਕਰ ਦਿਓ, ਟਵਾਈਸ ਥਰਾਈਸ ਆਪਣੀ ਰਿਵੀਜ਼ਨ, ਜਿੰਨੇ ਟਾਈਮ ਮਲਟੀਪਲ ਰਿਵੀਜ਼ਨਸ ਕਰ ਸਕਦੇ ਹੋ ਆਪਣੀ ਮਿਹਨਤ ਡਬਲ ਕਰ ਦਿਓ। ਤੇ ਕੁਐਸਚਨ ਦੀ ਪ੍ਰੈਕਟਿਸ ਜਿੰਨੀ ਕਰ ਸਕਦੇ ਹੋ ਉਨੀ ਜ਼ਿਆਦਾ ਤੋਂ ਜ਼ਿਆਦਾ ਕਰੋ। ਤੇ ਅੱਜ ਆਪਣੀ ਰਿਵੀਜ਼ਨ ਸੀਰੀਜ਼ ਦਾ 4th ਟੌਪਿਕ ਹੈ, ਜਿਸ ਦਾ ਨਾਮ ਹੈ ਦ ਵਰਲਡ ਆਫ ਲਿਵਿੰਗ। ਤੇ ਇਸ ਦੇ ਆਪਾਂ ਕੁਝ ਇੰਪੋਰਟੈਂਟ ਕੁਐਸਚਨਸ ਤੇ ਪ੍ਰੀਵੀਅਸ ਕੁਐਸਚਨਸ ਡਿਸਕਸ ਕਰਾਂਗੇ ਅੱਜ। ਤਾਂ ਫਸਟ ਜੋ ਪੁਆਇੰਟ ਹੈ ਇਸ ਟੌਪਿਕ ਦਾ ਆਪਾਂ ਸ਼ੁਰੂ ਕਰਾਂਗੇ ਐਂਡੋਕਰਾਈਨ ਸਿਸਟਮ ਤੋਂ। ਐਂਡੋਕਰਾਈਨ ਸਿਸਟਮ ਕੀ ਹੁੰਦਾ ਹੈ? ਫਸਟ ਆਫ ਆਲ ਇਹਦੀ ਡੈਫੀਨੇਸ਼ਨ ਦੇਖੋ, ਕਲੈਕਸ਼ਨ ਆਫ ਗਲੈਂਡਸ ਦੈਟ ਪ੍ਰੋਡਿਊਸ ਹਾਰਮੋਨਸ ਦੈਟ, ਉਹ ਹਾਰਮੋਨਸ ਕੀ ਕਰਦੇ, ਰੈਗੂਲੇਟ ਕਰਦੇ ਆਪਣੇ ਮੈਟਾਬੋਲਿਜ਼ਮ ਨੂੰ, ਗਰੋਥ ਨੂੰ, ਡਿਵੈਲਪਮੈਂਟ ਨੂੰ, ਰੀਪਰੋਡਕਸ਼ਨ ਐਂਡ ਸਲੀਪ ਐਟਸੈਟਰਾ। ਠੀਕ ਹੈ, ਗਲੈਂਡਸ ਦਾ ਕੋਈ ਸਿਸਟਮ, ਕਲੈਕਸ਼ਨ ਆਫ ਗਲੈਂਡਸ ਹੁੰਦਾ ਹੈ, ਪੂਰੇ ਦੇ ਪੂਰੇ ਸਿਸਟਮ ਨੂੰ ਕੀ ਬੋਲਦੇ ਆ? ਐਂਡੋਕਰਾਈਨ ਸਿਸਟਮ ਬੋਲਦੇ ਆ। ਕਿ ਗਲੈਂਡਸ ਕੀ ਹੁੰਦੀਆਂ ਨੇ? ਗਲੈਂਡਸ ਔਰਗਨ ਹੁੰਦੇ ਨੇ ਹਿਊਮਨ ਬੋਡੀ ਦੇ। ਠੀਕ ਹੈ, ਐਨੀਮਲ ਬੋਡੀ ਦੇ ਜਾਂ ਅਲੱਗ-ਅਲੱਗ ਐਨੀਮਲ ਬੋਡੀ 'ਚ ਵੀ ਹੁੰਦੇ ਨੇਗੇ, ਹਿਊਮਨ ਬੋਡੀ ਦੇ ਵਿੱਚ ਵੀ ਹੁੰਦੇ ਨੇ। ਐਨ ਔਰਗਨ ਇਨ ਹਿਊਮਨ ਔਰ ਐਨੀਮਲ ਬੋਡੀ ਵਿਚ ਸੀਕ੍ਰੇਟਸ ਪਰਟੀਕੂਲਰ ਟਾਈਪ ਆਫ ਕੈਮੀਕਲ ਸਬਸਟਾਂਸ ਫॉर ਯੂਜ਼ ਇਨ ਬੋਡੀ। ਠੀਕ ਹੈ, ਹਰ ਡਿਫਰੈਂਟ ਗਲੈਂਡ ਡਿਫਰੈਂਟ ਟਾਈਪ ਦਾ, ਡਿਫਰੈਂਟ ਕਾਈਂਡ ਦਾ ਕੀ ਆ ਹਾਰਮੋਨ ਰਿਲੀਜ਼ ਕਰਦੀ ਹੈਗੀ। ਇਹ ਗਲੈਂਡਸ ਕਿੰਨੇ ਟਾਈਪਸ ਦੀਆਂ ਹੁੰਦੀਆਂ ਨੇਗੀਆਂ ਦੇਖੋ, ਫਸਟ ਤੇ ਐਗਜ਼ੋਕਰਾਈਨ ਗਲੈਂਡਸ, ਐਂਡੋਕਰਾਈਨ ਗਲੈਂਡਸ ਜਾਂ ਮਿਕਸਡ ਗਲੈਂਡ, 3 ਟਾਈਪਸ ਦੀਆਂ ਗਲੈਂਡਸ ਹੁੰਦੀਆਂ ਨੇਗੀਆਂ। ਐਗਜ਼ੋਕਰਾਈਨ ਗਲੈਂਡਸ ਕੀ ਰਿਲੀਜ਼ ਕਰਦੀਆਂ ਨੇ? ਐਨਜ਼ਾਈਮ। ਠੀਕ ਹੈ, ਐਗਜ਼ੋ ਮਤਲਬ ਆਊਟ, ਐਗਜ਼ੋਕਰਾਈਨ ਕੀ ਰਿਲੀਜ਼ ਕਰਦੀਆਂ ਨੇ? ਐਨਜ਼ਾਈਮ। ਐਂਡੋਕਰਾਈਨ ਗਲੈਂਡਸ ਕੀ ਰਿਲੀਜ਼ ਕਰਦੀਆਂ ਨੇ? ਹਾਰਮੋਨ ਰਿਲੀਜ਼ ਕਰਦੀਆਂ ਨੇਗੀਆਂ। ਮਿਕਸਡ ਕੀ ਕਰਦੀਆਂ ਨੇ? ਬੋਥ ਰਿਲੀਜ਼ ਕਰਦੀਆਂ ਨੇ, ਐਨਜ਼ਾਈਮ ਐਜ਼ ਵੈਲ ਐਜ਼ ਹਾਰਮੋਨ। ਠੀਕ ਹੈ, ਇਹ ਯਾਦ ਰੱਖਣਾ ਤੁਸੀਂ ਨੇ, ਐਗਜ਼ੋਕਰਾਈਨ ਗਲੈਂਡਸ ਐਨਜ਼ਾਈਮ ਰਿਲੀਜ਼ ਕਰਦੀਆਂ ਨੇ, ਐਂਡੋਕਰਾਈਨ ਗਲੈਂਡਸ ਹਾਰਮੋਨ ਰਿਲੀਜ਼ ਕਰਦੀਆਂ ਨੇ, ਅਤੇ ਮਿਕਸਡ ਗਲੈਂਡ ਬੋਥ ਰਿਲੀਜ਼ ਕਰਦੀਆਂ ਨੇਗੀਆਂ, ਐਨਜ਼ਾਈਮ ਐਜ਼ ਵੈਲ ਐਜ਼ ਹਾਰਮੋਨ। ਠੀਕ ਹੈ, ਕੁਝ ਇੰਪੋਰਟੈਂਟ ਗਲੈਂਡਸ ਦੇ ਨਾਮ ਦੇਖਾਂਗੇ, ਕਿਹੜਾ ਹਾਰਮੋਨ ਰਿਲੀਜ਼ ਕਰਦੇ ਨੇਗੇ, ਉਹਨਾਂ ਦਾ ਫੰਕਸ਼ਨ ਕੀ ਹੈਗਾ। ਠੀਕ ਹੈ, ਫਸਟ ਤੇ ਆਪਣੇ ਕੋਲ ਗਲੈਂਡ ਹੈਗੀ ਪੀਨੀਅਲ ਗਲੈਂਡ, ਇੰਪੋਰਟੈਂਟ ਹੈਗੀ ਇਹ। ਪੀਨੀਅਲ ਗਲੈਂਡ ਕਿੱਥੇ ਹੁੰਦੀ ਹੈ? ਲੋਕੇਸ਼ਨ ਕਿੱਥੇ ਹੁੰਦੀ ਹੈ ਆਪਣੀ ਹਿਊਮਨ ਬੋਡੀ ਦੇ ਵਿੱਚ? ਇਹਦੀ ਬ੍ਰੇਨ ਦੇ ਵਿੱਚ ਹੁੰਦੀ ਹੈ। ਪੀਨੀਅਲ ਗਲੈਂਡ ਕਿੱਥੇ ਹੁੰਦੀ ਹੈ? ਬ੍ਰੇਨ ਦੇ ਵਿੱਚ। ਇਸ ਨੂੰ ਹੋਰ ਕੀ ਕਹਿੰਦੇ ਨੇਗੇ? ਥਰਡ ਆਈ ਆਫ ਬੋਡੀ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਥਰਡ ਆਈ ਆਫ ਬੋਡੀ। ਕਿਹੜਾ ਹਾਰਮੋਨ ਰਿਲੀਜ਼ ਕਰਦੀ ਹੈ ਇਹ? ਇਹ ਹਾਰਮੋਨ ਦਾ ਨਾਮ ਯਾਦ ਰੱਖਣਾ ਤੁਸੀਂ, ਮੈਲਾਟੋਨਿਨ। ਠੀਕ ਹੈ, ਪੀਨੀਅਲ ਗਲੈਂਡ ਮੈਲਾਟੋਨਿਨ ਨਾਮ ਦਾ ਹਾਰਮੋਨ ਰਿਲੀਜ਼ ਕਰਦੀ ਹੈ। ਇਹਦਾ ਫੰਕਸ਼ਨ ਕੀ ਹੁੰਦਾ ਹੈ ਹਾਰਮੋਨ ਦਾ? ਮੇਨਟੇਨ ਡੇਲੀ ਰੂਟੀਨ ਦੇ ਜਿਹੜੇ ਆਪਣੇ ਬੋਡੀ ਦੇ ਵਰਕ ਨੇ, ਜਿਵੇਂ ਆਈ ਬਲਿੰਕਿੰਗ ਹੋ ਗਿਆ, ਸਟਾਰਵਿੰਗ ਹੋ ਗਈ, ਸਲੀਪਨੈਸ ਹੋ ਗਈ, ਇਹ ਸਾਰੀ ਚੀਜ਼ਾਂ ਨੂੰ ਕੰਟਰੋਲ ਕਰਨਾ, ਰੈਗੂਲੇਟ ਕਰਨਾ, ਇਹਦਾ ਕੰਮ ਕਿਹੜਾ ਹਾਰਮੋਨ ਕਰਦਾ ਹੈ? ਮੈਲਾਟੋਨਿਨ ਨਾਮ ਦਾ ਹਾਰਮੋਨ ਕਰਦਾ ਹੈ, ਜਿਹੜਾ ਪੀਨੀਅਲ ਗਲੈਂਡ ਰਿਲੀਜ਼ ਕਰਦੀ ਹੈ ਅਤੇ ਬ੍ਰੇਨ ਦੇ ਵਿੱਚ ਹੁੰਦੀ ਹੈ। ਠੀਕ ਹੈ ਜੀ, ਨੈਕਸਟ ਆ ਗਿਆ ਆਪਣੇ ਕੋਲ ਗਲੈਂਡ ਹਾਈਪੋਥੈਲਮਸ। ਹਾਈਪੋਥੈਲਮਸ ਕਿੱਥੇ ਹੁੰਦੀ ਹੈਗੀ? ਇਹ ਵੀ ਬ੍ਰੇਨ ਦੇ ਵਿੱਚ ਹੁੰਦੀ ਹੈਗੀ। ਅਤੇ ਇਹਦਾ ਫੰਕਸ਼ਨ ਕੀ ਹੁੰਦਾ ਹੈਗਾ ਹਾਈਪੋਥੈਲਮਸ ਦਾ? ਟੂ ਕੰਟਰੋਲ ਦਾ ਫੰਕਸ਼ਨ ਆਫ ਪਿਟਿਊਟਰੀ ਗਲੈਂਡ। ਠੀਕ ਹੈ, ਪਿਟਿਊਟਰੀ ਗਲੈਂਡ ਬਾਰੇ ਨੈਕਸਟ ਪੁਆਇੰਟ ਡਿਸਕਸ ਕਰਦੇ ਹੈਗੇ। ਪਿਟਿਊਟਰੀ ਗਲੈਂਡ ਦੇ ਜੋ ਵੀ ਫੰਕਸ਼ਨ ਨੇ ਉਹਨੂੰ ਕੰਟਰੋਲ ਕਰਦਾ ਆਪਣਾ ਹਾਈਪੋਥੈਲਮਸ। ਠੀਕ ਹੈ, ਕੰਟਰੋਲ ਜਿਵੇਂ ਸਟਾਰਵਿੰਗ ਹੋ ਗਿਆ, ਥਰਸਟ, ਬੋਡੀ ਟੈਂਪਰੇਚਰ, ਇਹ ਸਾਰਿਆਂ ਨੂੰ ਮੇਨਟੇਨ ਕਰਨਾ। ਠੀਕ ਹੈ, ਆਟੋਮੈਟਿਕਲੀ ਨੋਰਮਲ ਕੰਡੀਸ਼ਨ ਦੇ ਉੱਤੇ, ਨੋਰਮਲ ਲੈਵਲ ਦੇ ਉੱਤੇ ਰੱਖਣਾ, ਇਹ ਸਾਰਾ ਕੰਮ ਹਾਈਪੋਥੈਲਮਸ ਦਾ ਹੁੰਦਾ ਗਾ। ਅਤੇ ਨੈਕਸਟ ਪੁਆਇੰਟ ਦੇ ਵਿੱਚ ਦੇਖਦੇ ਹਾਂ ਆਪਾਂ, ਨੈਕਸਟ ਆ ਗਿਆ ਆਪਣੇ ਕੋਲ ਪਿਟਿਊਟਰੀ ਗਲੈਂਡ। ਪਿਟਿਊਟਰੀ ਗਲੈਂਡ ਵੀ ਬ੍ਰੇਨ 'ਚ ਹੁੰਦੀ ਹੈ। ਦੇਖੋ ਪੀਨੀਅਲ ਪੜ੍ਹਿਆ, ਪੀਨੀਅਲ ਵੀ ਬ੍ਰੇਨ ਦੇ ਵਿੱਚ, ਹਾਈਪੋਥੈਲਮਸ ਵੀ ਬ੍ਰੇਨ ਦੇ ਵਿੱਚ, ਅਤੇ ਪਿਟਿਊਟਰੀ ਗਲੈਂਡ ਵੀ ਬ੍ਰੇਨ ਦੇ ਵਿੱਚ ਹੁੰਦੀ ਹੈ। ਪਿਟਿਊਟਰੀ ਨੂੰ ਕੀ ਕਹਿੰਦੇ? ਸਮੋਲੈਸਟ ਗਲੈਂਡ ਹੁੰਦੀ ਹੈ ਬੋਡੀ ਦੀ ਸਭ ਤੋਂ ਛੋਟੀ ਗਲੈਂਡ ਜੇ ਪੁੱਛਿਆ ਜਾਵੇ, ਸਭ ਤੋਂ ਸਮੋਲੈਸਟ ਗਲੈਂਡ ਕਿਹੜੀ ਹੈ, ਤਾਂ ਉਹਦਾ ਨਾਮ ਕੀ ਹੈ? ਪਿਟਿਊਟਰੀ ਗਲੈਂਡ। ਠੀਕ ਹੈ ਜੀ, ਅਤੇ ਜੇ ਬਿਗੇਸਟ ਪੁੱਛ ਲਿਆ ਜਾਵੇ, ਬਿਗੇਸਟ ਕਿਹੜੀ ਗਲੈਂਡ ਹੈ ਬੋਡੀ ਦੀ, ਹਿਊਮਨ ਬੋਡੀ ਦੀ ਕਿਹੜੀ ਹੈ? ਉਹ ਲੀਵਰ। ਠੀਕ ਹੈ, ਸਮੋਲੈਸਟ ਕਿਹੜੀ ਹੈ? ਪਿਟਿਊਟਰੀ ਗਲੈਂਡ। ਬਿਗੇਸਟ ਕਿਹੜੀ ਹੈ? ਲੀਵਰ। ਅਤੇ ਪਿਟਿਊਟਰੀ ਗਲੈਂਡ ਨੂੰ ਹੋਰ ਕੀ ਕਿਹਾ ਜਾਂਦਾ ਹੈ? ਮਾਸਟਰ ਗਲੈਂਡ ਆਫ ਬੋਡੀ। ਕੀ ਕਿਹਾ ਜਾਂਦਾ ਹੈ? ਮਾਸਟਰ ਗਲੈਂਡ ਆਫ ਬੋਡੀ ਵੀ ਕਿਹਾ ਜਾਂਦਾ ਹੈ। ਅਤੇ ਰਿਲੀਜ਼ ਕੀ ਕਰਦੀ ਹੈ ਪਿਟਿਊਟਰੀ ਗਲੈਂਡ? ਜਿਵੇਂ ਆਪਾਂ ਨੇ ਪੀਨੀਅਲ ਗਲੈਂਡ ਦੇਖਿਆ, ਮੈਲਾਟੋਨਿਨ ਨਾਮ ਦਾ ਹਾਰਮੋਨ ਰਿਲੀਜ਼ ਕਰਦੀ ਹੈਗੀ, ਤਾਂ ਪਿਟਿਊਟਰੀ ਗਲੈਂਡ ਕਿਹੜਾ ਹਾਰਮੋਨ ਰਿਲੀਜ਼ ਕਰਦੀ ਹੈਗੀ? ਆਕਸੀਟੋਸਿਨ। ਠੀਕ ਹੈ, ਆਕਸੀਟੋਸਿਨ, ਇਹਨੂੰ ਬਰਥ ਹਾਰਮੋਨ, ਲਵ ਹਾਰਮੋਨ ਵੀ ਕਿਹਾ ਜਾਂਦਾ ਹੈ ਆਕਸੀਟੋਸਿਨ ਨੂੰ। ਠੀਕ ਹੈ ਜੀ, ਆਕਸੀਟੋਸਿਨ ਨਾਮ ਦਾ ਹਾਰਮੋਨ ਰਿਲੀਜ਼ ਕਰਦੀ ਹੈ ਪਿਟਿਊਟਰੀ ਗਲੈਂਡ। ਠੀਕ ਹੈ ਜੀ, ਨੈਕਸਟ ਆ ਗਿਆ ਆਪਣੇ ਕੋਲ ਗਲੈਂਡ ਹੈ ਜਿਹੜੀ ਥਾਇਰਾਇਡ ਗਲੈਂਡ। ਇੰਪੋਰਟੈਂਟ ਹੈ ਇਹ ਪ੍ਰੀਵੀਅਸ ਈਅਰ ਕੁਐਸਚਨ ਵੀ ਬਣ ਚੁੱਕਿਆ ਪਹਿਲਾਂ। ਠੀਕ ਹੈ ਜੀ, ਥਾਇਰਾਇਡ ਗਲੈਂਡ ਕਿਹੜਾ ਆ ਗਿਆ? ਨੈਕ ਦੇ ਵਿੱਚ ਜਾਂ ਆਪਣੇ ਥਰੋਟ ਦੇ ਵਿੱਚ। ਠੀਕ ਹੈ,
अपनी गर्दन दे विच जिहड़ी ग्लैंड हुंदी हैगी वो किहड़ी हुंदी हैगी थायराइड ग्लैंड कहंदे ने इहनूं। ये किहड़ा हार्मोन रिलीज़ करदी है थायरॉक्सिन। जिहड़े हार्मोन दे नाम तुसीं याद रखने नेगे ये इंपॉर्टेंट नेगे किहड़ी ग्लैंड किहड़ा हार्मोन रिलीज़ करदी है ठीक है। थायरॉयड ग्लैंड किहड़ी रिलीज़ करदी है थायरॉक्सिन। ते आयोडीन इसलिए नसैसरी कहा जाता है कि जो सॉल्ट की अपनी बॉडी के कमी हो जाए तो आपू क्या थायरॉयड ग्लैंड आ जी अपनी स्वैल करन लग जाती है जिहदे नाल एक डिसीज़ होंदी हैगी। वो डिसीज़ का नाम की है गोइटर ठीक है। गोइटर डिसीज़ होंदी है अपना जो थायरॉयड ग्लैंड है स्वैल हो जाती है सुज जाती ने अपना गर्दन ठीक है। तो वो थायरॉक्सिन नाम का जो कैमिकल आउंदा वो लैक हो जाती हैगी ठीक है। वो लिए अपनों आयोडीन चाहिए होंदा प्रॉपर ठीक है। नैक्सट ग्लैंड आ गई अपने को पैनक्रियाज। पैनक्रियाज कितने होंदी है इसकी लोकेशन होंदी है बिलो स्टमक अपने पेट के नीचे वाले हिस्से दे विच बिलो स्टमक ठीक है। हार्मोन किहड़ा रिलीज़ करती है पैनक्रिया इंसूलिन ठीक है जी। इंसूलिन नाम का हार्मोन रिलीज़ करती है पैनक्रियाज। तो फंक्शन की होंदा इंसूलिन का फंक्शन होंदा है मेनटेन करना ब्लड शुगर लैवल इन बॉडी। अपनी बॉडी के विच ब्लड शुगर लैवल जो इनक्रीज़ होंदा डिक्रीज़ होंदा उन्होंने ऑटोमैटिकली नॉर्मल कंडीशन के उत्ते मेनटेन करके रखने का जो काम होंदा इंसूलिन करता है ठीक है। तो डेफिशिएंसी ऑफ इंसूलिन की होंदी हैगी डायबिटिक पेशेंट्स हो गए या डायबिटीज़ हो गया वो काहदे करके होंदा बॉडी के विच ब्लड के विच अपने इंसूलिन की कमी हो जानी ठीक है जी। नैक्सट पॉइंट आ गया अपना नैक्सट ग्लैंड आ गई एड्रेनल ग्लैंड। किहड़ी ग्लैंड आ गई एड्रेनल ग्लैंड। एड्रेनल ग्लैंड की लोकेशन कितने होंदी हैगी किडनी के उपर अबव किडनीज ठीक है। कॉल्ड एमरजेंसी ग्लैंड भी कहा जाता है इन्हूं बॉडी के विच की कहा जाता है एमरजेंसी ग्लैंड। किहड़ी ग्लैंड नूं कहा जाता है MCQ बन सकता है एड्रेनल ग्लैंड या एड्रेनल ग्लैंड नूं की कहा जाता है होर एमरजेंसी ग्लैंड भी कहा जाता है। हार्मोन किहड़ा रिलीज़ करते हैं एड्रेनलिन ठीक है। एड्रेनल ग्लैंड एड्रेनलिन हार्मोन रिलीज़ करते हैं। फंक्शन की होंदे ने इन्हां दे बैलेंस करना शुगर लैवल बॉडी के विच सॉल्ट लैवल स्ट्रैस लैवल ठीक है। सैक्स हार्मोन लैवल ये 4S तो तुसीं याद रखना गा शुगर लैवल सॉल्ट लैवल स्ट्रैस लैवल सैक्स हार्मोन लैवल ठीक है। एड्रेनल ग्लैंड का काम होंदा है या कह सकते हैं फीयर फाइट फ्लाइट जो भी हैंडल आ अपने माइंड का जो भी फीयर इमोशन फाइट इमोशन फ्लाइट इमोशन सारा किहदा कारण होंदा है एड्रेनल ग्लैंड का करके होंदा है ठीक है। कदे गुस्सा वधदा आउंदा घट आउंदा ठीक है डर लगना ये सारा काम एड्रेनल कैमिकल करता है ठीक है। हार्मोन एड्रेनल हार्मोन रिलीज़ होने करके अपनी बॉडी ये सब फील करती है। नैक्सट पॉइंट आप पढ़ांगे ब्लड बारे। ब्लड दे विच 3 तरह के सैल होंदे नेगे। फस्ट ते आ गया RBC WBC ते प्लेटलैट्स। RBC दे विच की है रैड ब्लड सैल्स ठीक है। एक काहदे करके होंदा रैड ये रैड कलर का पिगमेंट होंदा है ठीक है जिन्होंने हीमोग्लोबिन कहते हैं जिहदे करके अपने ब्लड का कलर की होंदा है रैड होंदा है। हीमोग्लोबिन दे विच जिहड़ी मैटल होंदी हैगी वो किहड़ी होंदी है आयरन मैटल होंदी है FE इहदा सिंबल है आयरन मैटल होंदी हैगी ठीक है। हीमोग्लोबिन का काम की होंदा है बाइंड हो जाता ऑक्सीजन के नाल जो आपां ठीक है ब्रैथ अपनी ਜਾਂ ਸਾਹ इनहेल करते हैं एक्सेल करते हैं बॉडी के विचों ਤਾਂ ਕੀ है जो अपना हीमोग्लोबिन के नाल ऑक्सीजन बाइंड हो जाती हैगी वो ऑक्सीजन है फिर हीमोग्लोबिन ब्लड के थ्रू ठीक है ब्लड के विच मिक्स हो जाती हैगी जो अपने फेफड़िਆਂ तक जाती है हवा ठीक है। तो वो ट्रांसपोर्ट कर देंदी है ऑक्सीजन टू होल बॉडी हीमोग्लोबिन का काम होंदा है ठीक है जी। तो WBC आ गया नैक्सट WBC वाइट ब्लड सैल्स। WBC जो सैल्स ने इन्हां दा काम की होंदा है अपनी बॉडी नूं ठीक है कोई एक्सटर्नल किसी तरह की कोई डिसीज़ या कोई डिसीज़ अटैक करती हैगी ठीक है या कोई वायरल इन्फैक्शन या वायरल अटैक होंदा अपनी बॉडी ते तां WBC का काम होंदा है अपनी बॉडी नूं ठीक है कोई एक्सटर्नल जो भी अटैक होंदा है अपनी बॉडी के उत्ते उहनूं तो प्रिवेंट करना प्रोटैक्ट करना अपनी बॉडी नूं जर्म्स तो डिसीज़ तो किसी भी तरह तो ठीक है। नैक्सट पॉइंट आ गया प्लेटलैट्स हैल्प करते हैं फॉर्म ब्लड क्लॉट्स ठीक है। जो कोई ब्लड हो जाता या उन्हें हील करने दे वाउंड हील करने दे ब्लड क्लॉटिंग दे हैल्प करते हैं। ब्लड क्लॉटिंग के लिए आप कैमिकल भी देखा सी एसिड बेस किहड़ा विटामिन कम आउंदा गा ब्लड क्लॉटिंग दे विटामिन K आप देखा सीगा जिहड़ा ब्लड क्लॉटिंग दे हैल्प करता है। तो प्लेटलैट्स इत्थे हैल्प करते हैं हैल्प फॉर्म ब्लड क्लॉट्स टू स्लो या स्टॉप ब्लीडिंग और टू हैल्प वाउंड हील्स ठीक है जी। नैक्सट पॉइंट आ गया नैक्सट क्वेश्चन कह लो जाइलम की होंदा है टिशू फॉर ट्रांसपोर्ट ऑफ वाटर एंड न्यूट्रीएंट्स इन प्लांट्स यानी कि जोड़े पेड़ पौधे नेगे ठीक है जड़ां तो लैके नीचे उन्हें पूरे स्टैम के थ्रू ठीक है पूरे प्लांट की बॉडी दे विच ठीक है पूरे प्लांट की बॉडी दे विच वाटर या फूड नूं सप्लाई करना ट्रांसपोर्ट करना वो जाइलम करते हैं। एक जाइलम होंदा गा एक होंदा फोलिम ठीक है। जाइलम की ट्रांसपोर्ट करता प्लांट दे विच वाटर
ਫੋਲਿਮ ਕੀ ਟਰਾਂਸਪੋਰਟ ਕਰਦਾ ਹੈ, ਫੂਡ। ठीक है जी। जाइलम की होंगे, टिशू होंगे एक जिहड़े ट्रांसपोर्ट करते हैं वाटर एंड न्यूट्रीएंट्स इन प्लांट। जाइलम करता वाटर ट्रांसपोर्ट करता, फोलियम की करता फूड ट्रांसपोर्ट करता है। ठीक है जी। नैक्सट पॉइंट आ गया सैल। सैल की होंगी है द बेसिक यूनिट ऑफ लाइफ। की होंगी है द बेसिक यूनिट ऑफ लाइफ। अपने फूड वाले चैप्टर च भी पढ़िया सीगा, जिवें सैल, सैल तो टिशू बनते हैं, सैल तो मिल के की बनते हैं, टिशू बनते हैं, टिशू तो मिल के की बनता गा, ऑर्गन बनते हैं, ऑर्गन तो मिलके की फाइनली बॉडी। ठीक है जी। तो सैल की होगी बेसिक यूनिट ऑफ लाइफ होगी। सैल की डिस्कवरी किने की सी, रॉबर्ट हुक नाम के बंदे ने, रॉबर्ट हुक सी नाम 1665 दे विच। ठीक है, 1665 दे विच। ते सैल दो तरह के होंगे ने, मल्टी सैलूलर ਜਾਂ यूनीसैलूलर। मल्टी सैलूलर का मतलब जिहदे विच एक तो वध सैल प्रैजेंट होण, बॉडीज़ नूं की कहंदे मल्टी सैलूलर बॉडी कहंदे ने। जिहदे विच एक सैल प्रैजेंट आ, सिर्फ सिंगल सैल प्रैजेंट आ, उहनूं यूनीसैलूलर बॉडी कहंदे ने। ठीक है जी। ਆਪਾਂ एग्जाम्पल्स देखो, मल्टी सैलूलर ਦੇ ਵਿੱਚ ਜਿਵੇਂ ਐਨੀਮਲ ਆ ਗਿਆ, ਪਲਾਂਟਸ ਆ ਗਿਆ, ਹਿਊਮਨ ਆ ਗਿਆ। ਹਿਊਮਨ ਦੇਖੋ ਜਿਵੇਂ ਆਪਣੇ ਕੋਲ ਆਪਣੇ ਬਲੱਡ ਦੇ ਵਿੱਚ, ਆਪਣੀ ਬੋਡੀ ਦੇ ਵਿੱਚ RBC ਪ੍ਰੈਜੈਂਟ ਨੇ, ਰੈੱਡ ਬਲੱਡ ਸੈੱਲ, WBC ਪ੍ਰੈਜੈਂਟ ਨੇ, ਵਾਈਟ ਬਲੱਡ ਸੈੱਲ, ਪਲੇਟਲੈਟਸ ਪ੍ਰੈਜੈਂਟ ਨੇ। ਤਾਂ ਮਲਟੀ ਸੈੱਲ ਹੋ ਗਏ, ਇੱਕ ਤੋਂ ਜ਼ਿਆਦਾ ਸੈੱਲ ਹੋ ਗਏ, ਤਾਂ ਆਪਣੀ ਬੋਡੀ ਕੀ ਹੋਗੀ, ਇੱਕ ਮਲਟੀ ਸੈਲੂਲਰ ਬੋਡੀ ਹੋਗੀ। ਬਟ ਜੋ ਯੂਨੀਸੈਲੂਲਰ ਬੋਡੀ ਹੈਗੀ ਉਹਦੇ ਵਿੱਚ ਜਿਵੇਂ ਸਿੰਗਲ ਸੈੱਲ ਪ੍ਰੈਜੈਂਟ ਹੁੰਦਾ ਹੈ, ਸਿੰਗਲ, ਜਿਵੇਂ ਅਮਾਈਬਾ ਆ ਗਿਆ, ਅਮੀਬਾ ਆ ਗਿਆ, ਪੈਰਾਮੀਸ਼ੀਅਮ ਆ ਗਿਆ, ਜ਼ੀਸਟ ਆ ਗਿਆ, ਬੈਕਟੀਰੀਆ, ਇਹ ਸਾਰਿਆਂ ਦੇ ਵਿੱਚ ਕੀ ਹੈ, ਸਾਰਿਆਂ ਦੀ ਬੋਡੀ ਦੇ ਵਿੱਚ ਸਿੰਗਲ ਸੈੱਲ ਪ੍ਰੈਜੈਂਟ ਹੁੰਦਾ ਹੈ। ਇਸ ਲਈ ਇਹਨਾਂ ਨੂੰ ਯੂਨੀਸੈਲੂਲਰ ਬੋਡੀਜ਼ ਕਿਹਾ ਜਾਂਦਾ ਹੈ ਜਾਂ ਯੂਨੀਸੈਲੂਲਰ ਸਪੀਸੀਜ਼ ਕਿਹਾ ਜਾਂਦਾ ਹੈ। ਨੋਟ, ਇੱਕ ਇੰਪੋਰਟੈਂਟ ਨੋਟ ਹੈਗਾ, ਬੋਡੀ ਕੰਟੇਨ ਨੋ ਸੈੱਲ। ਜਿਹੜੀ ਬੋਡੀ ਦੇ ਵਿੱਚ ਜਿਵੇਂ ਹਿਊਮਨ ਬੋਡੀ ਮਲਟੀ ਸੈਲੂਲਰ ਆ ਗਈ, ਇਹ ਯੀਸਟ, ਬੈਕਟੀਰੀਆ ਯੂਨੀਸਿੰਗੂਲਰ ਆ ਗਿਆ, ਸਿੰਗਲ ਸੈੱਲ ਵਾਲੀਆਂ ਬੋਡੀਜ਼ ਆ ਗਈਆਂ। ਬਟ ਉਹ ਬੋਡੀਜ਼ ਜਿਨ੍ਹਾਂ ਦੇ ਵਿੱਚ ਸੈੱਲ ਹੀ ਨਹੀਂ ਹੁੰਦਾ, ਦ ਬੋਡੀ ਕੰਟੇਨ ਨੋ ਸੈੱਲ, ਉਹਨਾਂ ਨੂੰ ਕੀ ਕਿਹਾ ਜਾਂਦਾ, ਅਸੈਲੂਲਰ। ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਅਸੈਲੂਲਰ। ਇਹ ਵੀ MCQ ਦੀ ਫੋਰਮ ਲੈ ਸਕਦਾ ਹੈ, ਅਸੈਲੂਲਰ। ਫੋਰ ਐਗਜ਼ਾਮਪਲ ਦੇ ਦਿਓ ਵਾਇਰਸ। ਵਾਇਰਸ ਦੇ ਵਿੱਚ ਕੋਈ ਸੈੱਲ ਨਹੀਂ ਹੁੰਦਾ, ਉਹਨਾਂ ਦੇ ਵਿੱਚ ਸਿਰਫ RNA ਜਾਂ DNA ਸਟਰਕਚਰ ਹੁੰਦੇ ਨੇਗੇ। ਠੀਕ ਹੈ, RNA DNA ਸਟਰਕਚਰ ਹੁੰਦੇ ਨੇਗੇ, ਉਹਨਾਂ ਨੋ ਸੈਲੂਲਰ, ਨੋ ਸੈੱਲ ਬੋਡੀ ਹੁੰਦੀਆਂ ਨੇਗੀਆਂ। ਜੋ ਵਾਇਰਸ ਹੁੰਦਾ ਗਾ, ਸੈੱਲ ਐਗਜ਼ਿਸਟ ਇਨ ਡਿਫਰੈਂਟ ਸ਼ੇਪ ਐਂਡ ਸਟਰਕਚਰਸ ਇਨ ਡਿਫਰੈਂਟ ਸਪੀਸੀਜ਼ ਦੇ ਵਿੱਚ। ਯਾਨੀ ਕਿ ਐਨੀਮਲ ਸਪੀਸੀਜ਼ ਲਾ ਲਓ ਜਾਂ ਹਿਊਮਨ ਦੇਖ ਲਓ, ਉਹਨਾਂ ਦੇ ਜਿਹੜੇ ਸੈੱਲ ਨੇਗੇ, ਉਹਨਾਂ ਸੈੱਲ ਦੀ ਜੋ ਸ਼ੇਪ ਆ, ਜੋ ਸਟਰਕਚਰ ਆ, ਉਹ ਡਿਫਰੈਂਟਸ ਨੇਗੇ। ਠੀਕ ਹੈ, ਹਿਊਮਨ ਬੋਡੀ ਦੇ ਇੱਕ ਜਿਵੇਂ ਸਾਰੇ ਹਿਊਮਨਸ ਲੈ ਲਓ, ਉਹਨਾਂ ਦੇ ਸੈੱਲ, ਠੀਕ ਹੈ, ਅਲੱਗ ਕਾਈਂਡ ਦੇ ਨੇਗੇ। ਐਨੀਮਲ ਸਪੀਸੀਜ਼ ਲੈ ਲਓ, ਉਹਨਾਂ ਦੇ ਜੋ ਸੈੱਲ ਨੇਗੇ, ਉਹਨਾਂ ਦੀ ਸ਼ੇਪ ਜਾਂ ਸਟਰਕਚਰ ਅਲੱਗ ਕਾਈਂਡ ਦੇ ਨੇਗੇ ਉਹ। ਠੀਕ ਹੈ ਜੀ। ਨੈਕਸਟ ਪੁਆਇੰਟ ਆ ਗਿਆ, ਸੈੱਲ ਦੀਆਂ ਅੱਗੇ ਟਾਈਪਸ ਨੇਗੀਆਂ, ਪ੍ਰੋਕੈਰੀਓਟਿਕ। ਠੀਕ ਹੈ ਜੀ, ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ ਸੈੱਲ। ਠੀਕ ਹੈ, ਪ੍ਰੋਕੈਰੀਓਟਿਕ ਦੇ ਵਿੱਚ ਕੀ ਹੁੰਦਾ ਹੈ, ਨਿਊਕਲੀਅਸ ਨਹੀਂ ਹੁੰਦਾ, ਲੈਕ ਆਫ ਨਿਊਕਲੀਅਸ। ਪ੍ਰੋਕੈਰੀਓਟਿਕ ਦੇ ਵਿੱਚ ਕੀ ਹੁੰਦਾ ਹੈ, ਲੈਕ ਆਫ ਨਿਊਕਲੀਅਸ। ਇਹ ਵੀ MCQ ਬਣ ਸਕਦਾ ਹੈਗਾ। ਪ੍ਰੋਕੈਰੀਓਟਿਕ ਦੇ ਵਿੱਚ ਨਿਊਕਲੀਅਸ ਹੁੰਦਾ, ਯੈਸ, ਨੋ, ਜਾਂ ਠੀਕ ਹੈ, ਜੋ ਵੀ ਕਿਸੇ ਵੀ ਤਰ੍ਹਾਂ ਕੀ ਰਾਊਂਡ ਕਰਕੇ ਕੁਐਸਚਨ ਆ ਸਕਦਾ ਹੈ। ਪ੍ਰੋਕੈਰੀਓਟਿਕ ਦੇ ਵਿੱਚ ਕੀ ਹੁੰਦਾ ਹੈ, ਲੈਕ ਆਫ ਨਿਊਕਲੀਅਸ। ਯੂਕੈਰੀਓਟਿਕ ਦੇ ਵਿੱਚ ਨਿਊਕਲੀਅਸ ਪ੍ਰੈਜੈਂਟ ਹੁੰਦਾ ਹੈ। ਠੀਕ ਹੈ, ਪ੍ਰੋਕੈਰੀਓਟਿਕਸ ਨੇ ਜੋ ਉਹ ਯੂਨੀਸੈਲੂਲਰ ਹੁੰਦੇ ਨੇ, ਯਾਨੀ ਕਿ ਯੂਨੀਸੈਲੂਲਰ ਸਪੀਸੀਜ਼ ਆਉਣਗੀਆਂ ਸਾਰੀਆਂ ਪ੍ਰੋਕੈਰੀਓਟਿਕ ਦੇ ਵਿੱਚ ਆਉਣਗੀਆਂ। ਮਲਟੀ ਸੈਲੂਲਰ ਨੇ ਜਿਹੜੀਆਂ ਯੂਕੈਰੀਓਟਿਕ ਦੇ ਵਿੱਚ ਆਉਣਗੀਆਂ। ਠੀਕ ਹੈ ਜੀ। ਬੈਕਟੀਰੀਆ, ਆਰਕੀਆ ਹੋ ਗਿਆ, ਸਾਰੇ ਪ੍ਰੋਕੈਰੀਓਟਿਕ ਨੇਗੇ। ਐਨੀਮਲ, ਪਲਾਂਟਸ, ਫੰਗੀ, ਇਹ ਸਾਰੇ ਕੀ ਨੇ, ਯੂਕੈਰੀਓਟਿਕ 'ਚ ਆ ਗਏ। ਨੈਕਸਟ ਆ ਗਿਆ ਸੈੱਲ ਵਾਲ ਆ ਗਿਆ। ਪ੍ਰੋਕੈਰੀਓਟਿਕ ਦੇ ਵਿੱਚ ਸੈੱਲ ਵਾਲ ਕੀ ਹੁੰਦੀ ਹੈਗੀ, ਕੰਪਲੈਕਸ ਹੁੰਦੀ ਹੈਗੀ ਐਂਡ ਪ੍ਰੈਜੈਂਟ ਹੁੰਦੀ ਹੈ ਇਨ ਆਲ ਪ੍ਰੋਕੈਰੀਓਟਿਕ ਸੈੱਲ ਦੇ ਵਿੱਚ। ਠੀਕ ਹੈ ਜੀ। ਸੈੱਲ ਵਾਲ ਹੁੰਦੀ ਹੈਗੀ ਜਿਹੜੀ ਕੰਪਲੈਕਸ ਹੁੰਦੀ ਹੈਗੀ। ਪ੍ਰੋਕੈਰੀਓਟਿਕ ਸਪੀਸੀਜ਼ ਦੇ ਵਿੱਚ ਸੈੱਲ ਵਾਲ ਕੰਪਲੈਕਸ ਹੁੰਦੀ ਹੈਗੀ ਅਤੇ ਪ੍ਰੈਜੈਂਟ ਹੁੰਦੀ ਹੈਗੀ ਇਨ ਆਲ ਪ੍ਰੋਕੈਰੀਓਟਿਕ ਸੈੱਲਸ ਦੇ ਵਿੱਚ। ਠੀਕ ਹੈ ਜੀ। ਅਤੇ ਯੂਕੈਰੀਓਟਿਕ ਦੇ ਵਿੱਚ ਸਿੰਪਲ ਸੈੱਲ ਵਾਲ ਹੁੰਦੀ ਹੈਗੀ। ਕੀ ਹੁੰਦੀ ਹੈਗੀ, ਸਿੰਪਲ ਸੈੱਲ ਵਾਲ ਹੁੰਦੀ ਹੈ, ਪ੍ਰੈਜੈਂਟ ਹੁੰਦੀ ਹੈ ਇਨ ਪਲਾਂਟ ਐਂਡ ਫੰਗੀ ਦੇ ਵਿੱਚ। ਠੀਕ ਹੈ। ਨੈਕਸਟ ਕੁਐਸਚਨ ਆ ਗਿਆ ਕੰਪੋਨੈਂਟ ਆਫ ਸੈੱਲ ਪੜ੍ਹਾਂਗੇ ਆਪਾਂ। ਕੀ ਆ ਗਿਆ, ਕੰਪੋਨੈਂਟ ਆਫ ਸੈੱਲ ਕਿਹੜੇ ਕਿਹੜੇ ਹੁੰਦੇ ਨੇਗੇ। ਸਭ ਤੋਂ ਪਹਿਲਾ ਪੁਆਇੰਟ ਆ ਗਿਆ ਇਹਦਾ ਪਲਾਜ਼ਮਾ ਮੈਂਬਰੇਨ। ਪਲਾਜ਼ਮਾ ਮੈਂਬਰੇਨ ਕਿਸ ਚੀਜ਼ ਦੀ ਬਣੀ ਹੁੰਦੀ ਹੈਗੀ, ਮੇਡ ਅਪ ਆਫ ਪ੍ਰੋਟੀਨਸ ਐਂਡ ਲਿਪਿਡਸ। ਲਿਪਿਡਸ ਆਪਾਂ ਪੜ੍ਹਿਆ ਸੀ ਕਿਹਨੂੰ ਕਹਿੰਦੇ ਨੇ, ਫੈਟਸ ਨੂੰ। ਠੀਕ ਹੈ ਜੀ। ਤਾਂ ਪਲਾਜ਼ਮਾ ਮੈਂਬਰੇਨ ਕੀ ਹੋ ਗਈ, ਮੇਡ ਆਫ ਪ੍ਰੋਟੀਨਸ ਐਂਡ ਲਿਪਿਡਸ। ਸੈਪਰੇਟ ਕਰਦੀ ਹੈ ਸੈੱਲ ਨੂੰ ਫਰੋਮ ਵਨ ਅਨਦਰ ਜਾਂ ਉਹਦੀ ਸਰਾਊਂਡਿੰਗਸ ਨੂੰ। ਜਿਵੇਂ ਆਹ ਸੈੱਲ ਆ ਗਿਆ, ਠੀਕ ਹੈ, ਇਹ ਸੈੱਲ ਦੇਖ ਲਓ, ਮੰਨ ਲਓ ਫੋਰ ਐਗਜ਼ਾਮਪਲ ਇਹ ਸੈੱਲ ਨੇਗੇ, ਤਾਂ ਇਹ ਸੈੱਲ ਨੂੰ ਇੱਕ ਦੂਸਰੇ ਤੋਂ ਜਾਂ ਆਪਣੇ ਇਨਵਾਇਰਮੈਂਟ ਤੋਂ, ਆਪਣੀ ਸਰਾਊਂਡਿੰਗ ਤੋਂ ਇਸ ਤਰ੍ਹਾਂ ਸੈਪਰੇਟ ਕਰਦੀ ਹੈ ਜਿਹੜੀ ਮੈਂਬਰੇਨ, ਉਹਨੂੰ ਕੀ ਕਹਿੰਦੇ ਨੇਗੇ, ਪਲਾਜ਼ਮਾ ਮੈਂਬਰੇਨ ਕਹਿੰਦੇ ਨੇਗੇ। ਠੀਕ ਹੈ ਜੀ। ਜਿਵੇਂ ਇੱਕ ਪਰਟੀਕੂਲਰ ਸੈੱਲ ਨੂੰ ਉਹਦੇ ਆਲੇ ਦੁਆਲੇ ਤੋਂ ਉਹਨੂੰ ਸੈਪਰੇਟ ਕਰਤਾ, ਤਾਂ ਇਹ ਜੋ ਮੈਂਬਰੇਨ ਆ ਜਿਹੜੀ ਉਹਨੂੰ ਸੈਪਰੇਟ ਕਰਦੀ ਹੈ ਵਨ ਅਨਦਰ ਦੂਸਰੇ ਸੈੱਲਸ ਤੋਂ, ਉਹਨੂੰ ਕਹਿੰਦੇ ਨੇ ਪਲਾਜ਼ਮਾ ਮੈਂਬਰੇਨ। ਠੀਕ ਹੈ। ਨੈਕਸਟ ਪੁਆਇੰਟ ਆ ਗਿਆ ਸੈੱਲ ਵਾਲ। ਸੈੱਲ ਵਾਲ ਕੀ ਹੈਗਾ, ਪ੍ਰੈਜੈਂਟ ਆਊਟਸਾਈਡ ਪਲਾਜ਼ਮਾ ਮੈਂਬਰੇਨ। ਜਿਵੇਂ ਇਹ ਦੇਖੋ, ਇਹ ਆਪਣੇ ਕੋਲ ਕੀ ਹੈ ਕਿ ਕੋਈ ਸੈੱਲ ਆ ਵਿੱਚ, ਠੀਕ ਹੈ, ਸੈੱਲ ਦੇ ਆਲੇ ਦੁਆਲੇ ਕੀ ਹੈਗੀ, ਇੱਕ ਪਲਾਜ਼ਮਾ ਮੈਂਬਰੇਨ ਆ ਗਈ, ਕਾਫੀ ਸਾਰੇ ਸੈੱਲਸ ਨੇ।
बट जी प्लाज्मा मैंबरेन के भी आउटसाइड एक सैल बनी होंगी है, एक आउटसाइड एक वॉल बनी होंगी है, ठीक है जी। प्लाज्मा मैंबरेन की उन्होंने की कहते हैं सैल वॉल कहते हैं, ठीक है जी। जिवें देखो सैल है, एक सैल के आले दुआले अंदरली की है प्लाज्मा मैंबरेन, प्लाज्मा मैंबरेन के आउटसाइड होंगी है सैल वॉल, ठीक है जी। सैल प्लाज्मा मैंबरेन के बाहर होंगी है सैल वॉल, ठीक है जी। कादी बनी होंगी है सैल वॉल? सैलूलोज तो। सैल वॉल तो याद रखो सैल सैलूलोज, सैल वॉल कितों बनी होंगी है? सैलूलोज तो। प्रोवाइड शेप टू सैल एंड प्रोटैक्ट सैल, ठीक है जी। वो सैल जिवें सैल है, प्लाज्मा मैंबरेन, ये सैल वॉल जी एक्सटर्नल है, शेप दिंदी है सैल की, जो भी शेप होगी किस तरह का सैल होगा, ठीक है जी। वो सारे सैल नूं शेप दिंदी है, सैल नूं शेप कौन दिंदी हैगी? सैल वॉल, ठीक है। तो किस तो बनी होंगी है? सैलूलोज तो, ठीक है जी। प्रैजेंट इन, ये याद रखना तुसीं, आ इंपॉर्टेंट है कि सैल वॉल किहदे प्रैजेंट होंगी है? प्लांट सैल्स दे विच, ठीक है। बट एबसेंट होंगी है एनीमल्स दे विच, एनीमल्स दे विच सैल वॉल नहीं होंगी, जिहड़े उन्हां दे सैल ने एनीमल स्पीसीज़ दे विच उन्हां दे बाहर प्लाज्मा मैंबरेन तो होएगी, बट वो प्लाज्मा मैंबरेन के बाहर जो सैल वॉल नहीं होएगी, वो सिर्फ कित्थे होएगी सैल वॉल? प्लांट सैल दे विच होएगी, ठीक है। नैक्सट आ गया पॉइंट साइटोप्लाज्म, कंपोनेंट ऑफ सैल पढ़ते सी आपां फस्ट, प्लाज्मा मैंबरेन, सैल वॉल ते साइटोप्लाज्मा। साइटोप्लाज्म की हुंदा? एक जैल लाइक स्ट्रक्चर हुंदा है, ठीक है। जिवें देखो अपना सैल है, ये सैल का जो हो गया प्रैजेंट होंगे बिटवीन सैल मैंबरेन ते न्यूक्लीयस, ये वो बाहर लिखी आ गई आप पढ़ी सी सैल मैंबरेन, सैल का ये न्यूक्लीयस है, ठीक है। न्यूक्लीयस ते जो सैल की मैंबरेन के जो भी स्ट्रक्चर फिलअप होंदा है, ठीक है, जो भी जैली लाइक स्ट्रक्चर फिलअप होंदा उन्होंने की कहते हैं साइटोप्लाज्मा कहते हैं, की कहते हैं साइटोप्लाज्म प्रैजेंट बिटवीन सैल मैंबरेन एंड न्यूक्लीयस। तो ये याद रखना तुसीं, साइटोप्लाज्म की कहते हैं ब्रेन ऑफ सैल भी कहते हैं, ਜਾਂ क्वेश्चन आ सकता है ब्रेन ऑफ सैल किनू कहते हैं, नीचे न्यूक्लीयस लिख देंगे, साइटोप्लाज्म लिख देंगे, सैल वॉल लिख देंगे, एटसैक्ट्रा। इस तरह क्वेश्चन मतलब कि बना देंगे 4 ऑप्शनस दे के, तो तुसीं याद रखना कि साइटोप्लाज्म की कहते हैं, इनू ब्रेन ऑफ सैल भी कहा जाता है, ठीक है। नैक्सट क्वेश्चन आ गया माइटोकॉन्ड्रिया, माइटोकॉन्ड्रिया नूं की कहा जाता है? पावर हाउस ऑफ सैल भी कहा जाता है, क्योंकि ये एनर्जी रिलीज़ करता, पावर प्रोड्यूस करता है सैल के लिए, रिलीज़ एनर्जी थ्रू सैलूलर रैसपीरेशन, ठीक है। जो सैल्स की करते हैं इनहेल एक्सहेल करते हैं, ठीक है, ट्रांसपीरेशन होंगी है सैल्स के, ठीक है, मटीरियल का एक्सचेंज होंदा है, तो उहदे नाल की होंदा है कि एनर्जी रिलीज़ होंदी है थ्रू सैलूलर रैसपीरेशन, उन्होंने की कहते हैं माइटोकॉन्ड्रिया नूं की कहते हैं पावर हाउस ऑफ सैल, ये भी याद रखना है तुसीं। पावर हाउस ऑफ सैल किनू कहा जाता है? माइटोकॉन्ड्रिया। ब्रेन ऑफ सैल किनू कहा जाता है? साइटोप्लाज्म नूं, ठीक है। नैक्सट पॉइंट आ गया लाइजोजोम्स, लाइजोजोम्स इनू की कहा जाता है? सुसाइडल बैग कहा जाता है। ये 3 पॉइंट तुसीं मस्ट याद रखने ने, साइटोप्लाज्म नूं ब्रेन ऑफ सैल, माइटोकॉन्ड्रिया नूं पावर हाउस ऑफ सैल, तो लाइजोजोम्स नूं सुसाइडल बैग कहा जाता है। सुसाइडल बैग क्यों? क्योंकि जो लाइजोजोम होंदे ने इन्हां दे विच हाइड्रोलिटिक एंजाइम, एक हाइड्रोलिटिक नाम का एंजाइम प्रैजेंट होंदा है। ये जिहड़ा एंजाइम आ अपनी सैल्स नूं की आ डाइजैशन दे विच हैल्प करदा है, ठीक है, हैल्प्स इन डाइजैशन। बट जे एंजाइम आ जिहड़ा नहीं प्रैजेंट होवे लाइजोजोम्स दे विच, तां की करदा है लाइजोजोम जो सैल ने अपने आप नूं खाना शुरू कर दिंदे ने, कंज्यूम दैन इट कंज्यूम इट सैल्फ। जे ये एबसेंस होण, हाइड्रोलिटिक एंजाइम ना होवे, ठीक है, तो वो अपने आप ही खाना शुरू कर देंगे ने, इसलिए लाइजोजोम्स नूं की कहा जाता है? सुसाइडल बैग ऑफ सैल कहा जाता है, ठीक है जी। नैक्सट पॉइंट आ गया कंपैरिजन है, कुछ कंपैरिजन के पॉइंट याद रखने तुसीं ने। सब तो पहला आप देखते हैं प्लांट सैल तो एनीमल सैल, प्लांट सैल तो एनीमल सैल के विच कंपैरिजन आ, ये याद रखना कि किहड़ी चीज़ किस दे विच प्रैजेंट होंदी है। जिवें सैल मैंबरेन आपां पढ़िया दोनों दे विच प्रैजेंट होंदी है, प्लांट सैल च भी होंदी है, अपने पढ़िया सी ना सैल मैंबरेन ते सैल वॉल, ठीक है। तो सैल मैंबरेन दोनों च प्रैजेंट होंदी है, प्लांट सैल ते एनीमल सैल दे विच। बट सैल वॉल आपां पढ़िया सीगा प्लांट सैल च होंदी है ओनली, एनीमल दे विच एबसेंट होंदी है, ठीक है। सैल वॉल सिर्फ प्लांट दे विच होंदी हैगी, एनीमल दे विच एबसेंट होंदी हैगी। न्यूक्लीयस दोनों दे विच होंदा है, साइटोप्लाज्मा दोनों दे विच होंदा है, प्लास्टिड की होंदे ने सिर्फ प्लांट दे विच होंदे ने, 2 चीज़ां ही एबसेंट ने देखो सिर्फ, एक तो सैल वॉल नहीं हैगी एनीमल दे विच, एक की नहीं हैगा प्लास्टिड नहीं हैगी एनीमल्स दे विच। प्लास्टिड की होंदे ने देखो तुसीं, प्लास्टिड की कलर बॉडीज़ होंदियां नेगियां, कलर बॉडीज़ होंदियां ने जिहड़ियां की होंदियां ने प्रैजेंट होंदियां ने अपने साइटोप्लाज्म दे विच। साइटोप्लाज्म अपने की पढ़िया सी, ये न्यूक्लीयस आ गया सैल का, ठीक है, ये उहदी सैल मैंबरेन आ गई, उहदे विच जिहड़ा एक स्ट्रक्चर जैली लाइक स्ट्रक्चर फिलअप होंदा है उहनूं की कहंदे ने साइटोप्लाज्म, ठीक। तो जिहड़ा प्रैजेंट होंदा साइटोप्लाज्म दे विच प्लास्टिड प्रैजेंट होंदे ने उहदे, ठीक है, की प्रैजेंट होंदे ने प्लास्टिड प्रैजेंट होंदे ने। ये प्लास्टिड की होंदे ने कलरफुल होंदे ने, कलर दिंदे ने सैल नूं,
जिस तरह के प्लास्टिड उस तरह का सैल का कलर। फॉर एग्जाम्पल अपने पेड़ पौधों के पत्ते देख लो, ग्रीन कलर के होंगे ने, ठीक है। पेड़ पौधों के पत्ते की होंगे ने, ग्रीन कलर के होंगे ने, सॉरी ग्रीन कलर के होंगे ने प्लास्टिड, क्योंकि उन्होंने ग्रीन पिगमेंट प्रेजेंट होंगे जिन्होंने क्लोरोफिल आप कहते हैं। की कह दें हैं, क्लोरोफिल कह दें हैं। ग्रीन कलर का जो पिगमेंट प्रेजेंट होंगे प्लांट लीव्स के विच, वो की होंगे ग्रीन कलर का एक प्लास्टिड होंगे, ठीक है, जो प्लांट के विच प्रेजेंट होंगे। तो आप यही पढ़ियागा प्लास्टिड ते सैल वॉल प्रेजेंट होंगे ने प्लांट सैल दे विच, बट एबसेंट होंगे ने एनीमल सैल दे विच, ठीक है। सैल वॉल की होंगी प्रेजेंट होंगी प्लांट सैल दे विच, बट एबसेंट होंगी है एनीमल्स दे विच। सिमिलरली प्लास्टिड प्रेजेंट होंगे ने प्लांट सैल दे विच, प्लास्टिड कलरफुल बॉडीज़ होंगे ने, कलरफुल पिगमेंट्स होंगे ने, ठीक है जी। तो एबसेंट होंगे ने एनीमल्स दे विच। नैक्सट आ गया प्लांट्स की क्लासीफिकेशन आ गई। सब तो फस्ट आ गया प्लांट की क्लासीफिकेशन दे विच प्लांट दो तरह के शो किए गए। देखो इन्होंने एक नॉन फ्लावरिंग आ गए, एक आ गए फ्लावरिंग प्लांट्स। फ्लावरिंग मतलब नॉन फ्लावरिंग किहड़े होंगे ने, जिन्होंने विदाउट सीड्स यानी कि बीज नहीं होंदा इन्हां प्लांट्स दे विच, जिहड़े नॉन फ्लावरिंग होंगे ने। फ्लावरिंग होंगे ने विद सीड्स, इन्हां दे विच बीज कंटेन करते हैं। फ्लावर होंगे ने जिहड़े उन्हां दे बीज होंगे ने नाल उन्हां दे, ठीक है जी। तो नॉन फ्लावरिंग की अगे फरदर टाइप आ गई थैलोफाइट्स। इन्हों की कहते हैं, थैलोफाइट्स भी कहते हैं। थैलोफाइट्स किहड़े आ गए, इन विच वी डू नॉट क्लासीफाई रूट्स सीड्स लीव्स, यानी कि थैलोफाइट किहड़े होंगे ने वो स्पीसीज़ आ गई जिन्हों के आप प्लांट स्पीसीज़ आ गई या फ्लावर स्पीसीज़ आ गई जिन्हों के आप डिस्टिंग्विश नहीं कर सकते, ठीक है ना, सैपरेट नहीं कर सकते कि किहड़ी इन्हां दी रूट आ, कि इन्हां दे बीज किहड़े ने, इन्हां दे पत्ते किहड़े ने, लीव्स किहड़ियां नेगियां। थैलोफाइट उन्होंने कहा जाता है, ठीक है। नैक्सट फ्लावरिंग वाले विच की आ गया, ठीक है, जिम्नोस्पर्म्स ते एंजियोस्पर्म्स, ठीक है। पहला थैलोफाइट्स के नीचे ही देखते हैं। थैलोफाइट आ गया, ठीक है, आप पढ़िया जिन्होंने आप डिस्टिंग्विश नहीं कर सकते रूट्स सीड्स ते लीव्स, जिमें एलगी आ गई, ठीक है, काई आ गई, इन्होंने आप डिस्टिंग्विश नहीं कर सकते रूट किहड़ी आ, ठीक है, इहदा लीव्स किहड़ी आ, इहदा सीड की है, बीज की है इहदे विच, ठीक है। तो अगे थैलोफाइट्स दो काइंड दे विच आ गए, नो रूट जिन्हों के रूट्स नहीं होंदियां, जड़ा नहीं होंदियां, विद रूट एक रूट वाले आ गए। इन्हों की एग्जाम्पल दित्तियां ने, ये प्लांट दी एग्जाम्पल्स ने मॉसिस, नो रूट वालियां दे मॉसिस आ गया, जिमें रूट वालियां दे विच फर्नस आ गए, ठीक है। फर्नस एक प्लांट स्पीसीज़ ही हैगी, ठीक है, जड़ा होंदियां ने इन्हां दियां, विद रूट्स फर्नस आ गए। तो फ्लावरिंग दे विच आपां पढ़िया विद सीड्स वाले, ठीक है, नाल फ्लावर दे नाल सीड्स भी कॉन्स्टीट्यूट होंदा, सीड भी कंटेन करते हैं फ्लावर्स। तो फ्लावरिंग दी एग्जाम्पल्स आ गई, फरदर टाइप्स आ गई जिम्नोस्पर्म्स ते एंजियोस्पर्म्स, ठीक है। जिम्नोस्पर्म्स की आ गया नेक्ड सीड्स, यानी कि जिम्नोस्पर्म्स जिहड़े फ्लावर या प्लांट्स ने या फ्रूट्स ने, इन्हां दे विच की हुंदा आपां इन्हां दा जिहड़ा बीज हैगा, जो सीड है इन्हां दा, आपां अपनी नंगी अख नाल भी देख सकते हैं कि इन्हां दा सीड है, इन्हां दा बीज आ, प्लांट का बीज हैगा, ठीक है, फ्लावर का बीज है, ठीक है, वो आ गए जिम्नोस्पर्म्स। बट एंजियोस्पर्म के की होंदा, जिहड़ा सीड होंदा गा वो इनसाइड होंदा, वो प्लांट के फ्रूट के इनसाइड होंदा, अंदर होंदा, आपां डायरैक्टली, ठीक है ना, नेकड आई नाल नहीं देख सकते। जिवें मैंगो लै लो, ठीक है, मैंगो के की होंदा, अंदर होंदा ना बीज मैंगो के विच, तो मैंगो किहड़ी कैटागरी दे विच आ गया, एंजियोस्पर्म की कैटागरी दे विच आ गया। एंजियोस्पर्म दी फरदर दो टाइप्स होंदियां नेगियां, वन सीड लीफ सिंगल लीफ वाले, टू सीड लीव्स जिहदे विच दो लीव्स होंदियां ने। सिंगल सीड लीफ वाले नूं जिहनूं की कहा जाता है, मोनोकॉट्स की कहा जाता, मोनो का मतलब की होंदा है सिंगल, ठीक है, वन, तो वन सीड वाले नूं मोनोकॉट, टू सीड लीफ वाले नूं डबल लीव्स वाले नूं डाईकॉट कहा जाता है, ठीक है, डाईकॉट्स COTS DICOTS डाईकॉट्स। सिंगल सीड लीफ वाले नूं मोनोकॉट्स, डबल सीड लीफ वाले नूं डाईकॉट्स, ठीक है जी। नैक्सट आ गया अपने कोल, तो नैक्सट आ गया एलगी का क्वेश्चन आ गया, ठीक है जी। एलगी बारे पढ़ांगे आपां। एलगी की हैगी, एलगी दे विच की हुंदा लैक ऑफ सीड, एलगी दे विच जां काई दे विच की हुंदा सीड्स नहीं होंदे, ठीक है, सीड नहीं होंदा इहदे विच, लैक ऑफ सीड्स। तो एलगी बनया एलगा तो, एलगा का मतलब की हुंदा सी वीड, ठीक है जी, सी वीड। तो नैक्सट आ गया एक नॉन वैस्कुलर प्लांट आ, नॉन वैस्कुलर का मतलब की हुंदा वैस्कुलर टिशू जिहदे विच प्रेजेंट नहीं होंदे, वैस्कुलर टिशू जिमें जिहदे विच जाइलम या फोलियम नहीं होंदे, ठीक है, जाइलम या फोलियम वैस्कुलर टिशूज़ होंदे ने, जाइलम ते फोलियम, इन्हां दे फंक्शन आपां की देखे ने, जाइलम की ट्रांसपोर्ट करदा प्लांट्स दे विच वाटर, ते फोलियम की ट्रांसपोर्ट करदा फूड, ठीक है। वैस्कुलर की होंदे ने विच ट्रांसपोर्ट फूड वाटर इन प्लांट्स, ठीक है जी। जाइलम ट्रांसपोर्ट करदा वाटर ते फोलियम ट्रांसपोर्ट करदा फूड। एलगी होंदी है टू काइंड्स दी होंदी हो सकती है, यूनीसैलुलर भी हो सकती है, यानी कि ये सिंगल सैल वाले भी हो सकते हैं, तो
ਮਲਟੀ ਸੈਲੂਲਰ ਵੀ ਹੋ ਸਕਦੀ ਹੈ, ਯਾਨੀ ਕਿ ਮਲਟੀ ਸੈਲੂਲਰ ਇੱਕ ਤੋਂ ਵੱਧ ਸੈੱਲ ਵੀ ਹੋ ਸਕਦੇ ਨੇ। ਸਟੱਡੀ ਆਫ ਐਲਗੀ, ਐਲਗੀ ਦੀ ਸਟੱਡੀ ਨੂੰ ਕੀ ਕਹਿੰਦੇ ਨੇ, ਯਾਦ ਰੱਖਣਾ, ਐਲਗੋਲੋਜੀ। ਕੀ ਕਹਿੰਦੇ ਨੇ, ਐਲਗੋਲੋਜੀ। ਲੌਜੀ ਕੀ ਹੁੰਦਾ, ਸਟੱਡੀ, ਠੀਕ ਹੈ ਜੀ, ਐਲਗੀ ਦੀ ਸਟੱਡੀ। ਪਲਾਂਟਸ ਆ ਗਿਆ ਨੈਕਸਟ, ਪਲਾਂਟਸ ਦੀਆਂ ਫਰਦਰ ਡਿਵੀਜ਼ਨਸ ਹੁੰਦੀਆਂ ਨੇ ਜਿਵੇਂ, ਠੀਕ ਹੈ, ਟਾਈਪਸ ਕਿਸ ਤਰ੍ਹਾਂ ਦੇ ਕਾइंड, ਕਿਸ ਤਰ੍ਹਾਂ ਦੀ ਕਾइंड ਦੇ ਪਲਾਂਟਸ ਹੁੰਦੇ ਨੇ, ਠੀਕ ਹੈ, ਉਹਨਾਂ ਦੇ ਸਟਰਕਚਰਲ ਜਾਂ ਸ਼ੇਪ ਤੋਂ ਜਾਂ ਉਹਨਾਂ ਦੇ ਸਾਈਜ਼ ਹਾਈਟ ਤੋਂ ਕਿਵੇਂ ਮੈਜ਼ਰ ਕਰਦੇ ਆ, ਉਹਨਾਂ ਨੂੰ ਕੀ ਨਾਮ ਦਿੰਦੇ ਆਪਾਂ। ਜਿਵੇਂ ਹਰਬਸ ਆ ਗਏ, ਸਟਾਰਟਿੰਗ 'ਤੇ ਕੀ ਆ ਗਏ, ਹਰਬਸ। ਹਰਬਸ ਦੀ ਲੈਂਥ ਕੀ ਹੁੰਦੀ ਹੈ, 1 ਮੀਟਰ ਤੱਕ ਹੁੰਦੇ ਨੇ ਪੇੜ, ਕੀ ਹੁੰਦੇ ਨੇ, ਛੋਟੇ ਹੁੰਦੇ ਨੇ, ਜ਼ਿਆਦਾ ਹਾਈਟ ਨਹੀਂ ਹੁੰਦੀ ਇਹਨਾਂ ਦੀ, 1 ਮੀਟਰ ਤੱਕ ਹਾਈਟ ਵਾਲੇ ਹੁੰਦੇ ਨੇਗੇ। ਨੈਕਸਟ ਆ ਗਈ ਸ਼ਰਬਸ, ਠੀਕ ਹੈ, ਸ਼ਰਬਸ ਦੀ ਹਾਈਟ ਹੁੰਦੀ ਹੈ 1 ਤੋਂ 3 ਮੀਟਰ ਤੱਕ ਹਾਈਟ ਹੋ ਸਕਦੀ ਹੈ ਇਹਨਾਂ ਦੀ, ਠੀਕ ਹੈ, ਜ਼ਮੀਨ ਤੋਂ 1 ਤੋਂ 3 ਮੀਟਰ ਤੱਕ ਹਾਈਟ ਤੱਕ ਇਹ ਗਰੋ ਕਰ ਸਕਦੇ ਨੇਗੇ। ਅਤੇ ਥਰਡ ਟਾਈਪ ਆ ਗਈ ਆਪਣੇ ਕੋਲ ਟਰੀਜ਼। ਟਰੀਜ਼ ਕੀ ਹੁੰਦੇ, ਲੌਂਗ ਹੋ ਸਕਦੇ ਨੇ, ਕੰਪੈਰੇਟਿਵਲੀ ਇਹਨਾਂ ਤੋਂ ਲੌਂਗ ਹੀ ਹੁੰਦੇ ਨੇ, ਠੀਕ ਹੈ, ਇਹਨਾਂ ਦੀ ਜੋ ਹਾਈਟ ਹੈਗੀ ਵੇਰੀ ਕਰਦੀ ਹੈਗੀ, ਅਲੱਗ-ਅਲੱਗ ਟਰੀ ਲੈ ਲਓ, ਜਿਵੇਂ ਮੈਂਗੋ ਟਰੀ, ਨੀਮ ਟਰੀ ਐਟਸੈਟਰਾ, ਬਨਾਨਾ ਟਰੀ, ਇਹਨਾਂ ਦੀ ਹਾਈਟ ਵੇਰੀ ਕਰਦੀ ਹੈਗੀ, ਠੀਕ ਹੈ ਜੀ। ਜਿਵੇਂ ਹਰਬਸ ਦੇ ਵਿੱਚ ਗਰਾਸ ਲੈ ਲਓ, ਗਰਾਸ ਕਿੰਨੀ ਕੁ ਉੱਚੀ ਹੁੰਦੀ ਹੈ, ਘਾਹ ਆਪਾਂ ਦੇਖਿਆ ਕਿ 1 ਮੀਟਰ ਤੋਂ ਜ਼ਿਆਦਾ ਮਿਨੀਮਮ ਹਾਈਟ ਹੁੰਦੀ ਹੈ ਇਹਨਾਂ ਤੋਂ। ਸ਼ਰਬਸ ਦੀ ਐਗਜ਼ਾਮਪਲ ਮਿੰਟ ਹੋ ਗਿਆ, ਕੋਰੀਐਂਡਰ ਹੋ ਗਿਆ, ਲੈਮਨ, ਰੋਜ਼, ਇਹਨਾਂ ਦੀ 1 ਤੋਂ 3 ਮੀਟਰ ਤੱਕ ਹੀ ਹਾਈਟ ਹੁੰਦੀ ਹੈ, ਠੀਕ ਹੈ ਜੀ। ਨੈਕਸਟ ਆ ਗਿਆ ਪਾਰਟਸ ਆਫ ਪਲਾਂਟ, ਪਾਰਟਸ ਆਫ ਪਲਾਂਟਸ, ਠੀਕ ਹੈ। ਇਹਦੇ ਵਿੱਚ ਫਸਟ ਪੁਆਇੰਟ ਆ ਰੂਟਸ। ਇਹ ਕੁਝ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਯਾਦ ਰੱਖਣੇ ਨੇਗੇ। ਫਸਟ ਪੁਆਇੰਟ ਆ ਗਿਆ ਰੂਟਸ। ਰੂਟਸ 3 ਕਾइंड ਦੀਆਂ ਹੁੰਦੀਆਂ ਨੇਗੀਆਂ, ਟੈਪ ਰੂਟ, ਫਾਈਬਰਸ ਰੂਟ, ਐਡਵੈਂਟੀਅਸ ਰੂਟਸ। ਜਿਹੜੀ ਟੈਪ ਰੂਟ ਹੁੰਦੀ ਹੈਗੀ ਉਹ ਮੇਨ ਰੂਟ ਹੁੰਦੀ ਹੈ, ਰੂਟ ਦਾ ਜਿਹੜਾ ਮੇਨ ਪਾਰਟ ਕੀ ਹੁੰਦਾ ਹੈਗਾ, ਟੈਪ ਰੂਟਸ ਮੇਨ ਰੂਟ ਹੁੰਦੀ ਹੈ। ਫਾਈਬਰਸ, ਇਸ ਤਰ੍ਹਾਂ ਫਾਈਬਰਸ ਨੈਟ ਟਾਈਪ ਹੁੰਦਾ ਹੈਗਾ ਰੂਟਸ ਦਾ, ਠੀਕ ਹੈ। ਜਿਵੇਂ ਇੱਕ ਟੈਪ ਮੇਨ ਰੂਟ ਆ ਗਈ, ਠੀਕ ਹੈ ਜੀ, ਇਸ ਤਰ੍ਹਾਂ ਗਰੋ ਕਰਦੀ ਹੈਗੀ ਓਰੀਜਨ ਤੋਂ। ਬਟ ਜਿਹੜੀ ਫਾਈਬਰਸ ਦੇ ਵਿੱਚ ਕੀ ਹੁੰਦੀ ਹੈ, ਫਰਦਰ ਡਿਵੀਜ਼ਨ ਹੋਣ ਲੱਗ ਜਾਂਦੀ ਹੈ, ਵੈਬ ਲਾਈਕ ਸਟਰਕਚਰ ਬਣ ਜਾਂਦਾ ਹੈਗਾ, ਠੀਕ ਹੈ ਜੀ। ਇਹ ਹੈਗੀ ਮੇਨ ਰੂਟ, ਟੈਪ ਰੂਟ, ਅਤੇ ਇਸ ਤਰ੍ਹਾਂ ਦੀ ਇਹਨਾਂ ਦੀ ਡਿਵੀਜ਼ਨ ਹੁੰਦੀ ਹੈ ਫਰਦਰ, ਇਸ ਤਰ੍ਹਾਂ ਗਰੋ ਕਰਦੇ ਨੇ। ਅਤੇ ਫਾਈਬਰਸ ਦੇ ਵਿੱਚ ਫਰਦਰ ਡਿਵੀਜ਼ਨ ਹੋ ਜਾਂਦੀ ਹੈ, ਵੈਬ ਲਾਈਕ ਸਟਰਕਚਰ ਬਣ ਜਾਂਦਾ, ਠੀਕ ਹੈ ਜੀ। ਮੇਨ ਤੁਸੀਂ ਇਹ ਯਾਦ ਰੱਖਣਾ ਕਿ ਟੈਪ ਰੂਟ ਕੀ ਹੁੰਦੀ ਹੈ, ਮੇਨ ਰੂਟ ਹੁੰਦੀ ਹੈਗੀ ਰੂਟਸ ਦੀ। ਨੈਕਸਟ ਪੁਆਇੰਟ ਆ ਗਿਆ ਰੂਟ, ਨੈਕਸਟ ਪਾਰਟ ਆ ਗਿਆ ਪਲਾਂਟ ਦਾ ਸਟੈਮ। ਸਟੈਮ ਦਾ ਫੰਕਸ਼ਨ ਕੀ ਹੁੰਦਾ ਸਟੈਮ ਦਾ, ਟਰਾਂਸਪੋਰਟ ਕਰਦਾ ਵਾਟਰ ਐਂਡ ਫੂਡ ਫਰੋਮ ਜ਼ਾਈਲਮ ਐਂਡ ਫੋਲੀਅਮ। ਜ਼ਾਈਲਮ ਕੀ ਟਰਾਂਸਪੋਰਟ ਕਰਦਾ ਸੀ ਆਪਾਂ ਪੜ੍ਹਿਆ ਗਾ, ਵਾਟਰ, ਫੋਲੀਅਮ ਕੀ ਟਰਾਂਸਪੋਰਟ ਕਰਦਾ, ਫੂਡ, ਠੀਕ ਹੈ ਜੀ। ਅਤੇ ਇਹਨਾਂ ਦੋਨਾਂ ਤੋਂ ਲੈ ਕੇ ਪੂਰੀ ਬਾਡੀ ਦੇ ਵਿੱਚ, ਪਲਾਂਟ ਦੀ ਪੂਰੀ ਬਾਡੀ ਦੇ ਵਿੱਚ, ਠੀਕ ਹੈ ਜੀ, ਇਸ ਤਰ੍ਹਾਂ ਜਿਵੇਂ ਪਲਾਂਟ ਦੀ ਪੂਰੀ ਬਾਡੀ ਦੇ ਵਿੱਚ ਟਰਾਂਸਪੋਰਟ ਕਰਨਾ, ਨੀਚੋਂ ਲੈ ਕੇ ਜੜ੍ਹਾਂ ਤੋਂ ਲੈ ਕੇ, ਜ਼ਾਈਲਮ ਅਤੇ ਫੋਲੀਅਮ ਟਰਾਂਸਪੋਰਟ ਕਰਦੇ ਨੇ ਸਟੈਮ ਨੂੰ, ਕਿ ਸਟੈਮ ਫਰਦਰ ਟਰਾਂਸਪੋਰਟ ਕਰਦਾ, ਠੀਕ ਹੈ। ਸਟੈਮ 2 ਕਾइंड ਦਾ ਹੁੰਦਾ ਹੈਗਾ, ਕਲਿੰਬਰ ਅਤੇ ਕਰੀਪਰ। ਕਿਹੜਾ, ਕਲਿੰਬਰ ਅਤੇ ਕਰੀਪਰ। ਕਲਿੰਬਰ ਕੀ ਹੁੰਦਾ, ਇਹਨੂੰ ਸਪੋਰਟ ਦੀ ਲੋੜ ਹੁੰਦੀ ਹੈ। ਕਲਿੰਬਰ ਦੇ ਵਿੱਚ ਉਸ ਤਰ੍ਹਾਂ ਦੇ ਜਾਂ ਪੇੜ ਪੌਦਿਆਂ ਦੇ ਸਟੈਮ ਆ ਜਾਂਦੇ ਨੇ ਜਿਹਨੂੰ ਸਪੋਰਟ ਦੀ ਲੋੜ ਹੁੰਦੀ ਹੈਗੀ। ਇਨੀਸ਼ੀਅਲੀ ਕੀ ਹੈਗੀ, ਉਹਨਾਂ ਦਾ ਜਿਹੜਾ ਸਟੈਮ ਕੀ ਹੁੰਦਾ ਹੈਗਾ, ਵੀਕ ਹੁੰਦਾ ਹੈਗਾ, ਠੀਕ ਹੈ, ਆਪਣੇ ਆਪ ਇਟਸੈਲਫ ਸਟੈਂਡ ਨਹੀਂ ਕਰ ਸਕਦੀ, ਉਹਨਾਂ ਨੂੰ ਸਪੋਰਟ ਦੀ ਲੋੜ। ਜਿਵੇਂ ਮਨੀ ਪਲਾਂਟ ਦਾ ਲੈ ਲਓ ਆਪਾਂ, ਮਨੀ ਪਲਾਂਟ ਜਦੋਂ ਛੋਟਾ ਹੁੰਦਾ, ਠੀਕ ਹੈ, ਆਪਣੇ ਆਪ ਨਹੀਂ ਉਹ ਸਟੈਂਡ ਕਰ ਸਕਦਾ, ਤਾਂ ਬਹੁਤ ਹੀ ਵੀਕ ਸਟੈਮ ਹੁੰਦਾ ਉਹਦਾ, ਬਟ ਇਨੀਸ਼ੀਅਲੀ ਉਹਨੂੰ ਸਪੋਰਟ ਦੀ ਲੋੜ ਹੁੰਦੀ ਹੈਗੀ ਨਾਲ, ਠੀਕ ਹੈ, ਕੋਈ ਨੇਬਰਿੰਗ ਪਲਾਂਟ ਦੇ ਸਪੋਰਟ ਦੀ ਜਾਂ ਕੋਈ ਸਟਿੱਕ ਦੀ ਲੋੜ ਦੀ, ਠੀਕ ਹੈ ਜੀ। ਅਤੇ ਨੈਕਸਟ ਆ ਗਿਆ ਕਰੀਪਰ। ਕਰੀਪਰ ਕਿਹੜੇ ਹੁੰਦੇ, ਇਹਨਾਂ ਦਾ ਜਿਹੜਾ ਸਟੈਮ ਬਹੁਤ ਹੀ ਜ਼ਿਆਦਾ ਵੀਕ ਹੁੰਦਾ, ਇਹ ਤਾਂ ਬਿਲਕੁਲ ਹੀ ਸਟੈਂਡ ਨਹੀਂ ਕਰ ਸਕਦੇ, ਠੀਕ ਹੈ, ਆਪਣੇ ਆਪ। ਇਸ ਲਈ ਕਿ ਕਰੋਲ ਕਰਦੇ ਨੇ, ਇਹਨਾਂ ਦੇ ਜਿਹੜੇ ਪੇੜ ਪੌਦੇ ਹੁੰਦੇ ਨੇਗੇ ਜਾਂ ਇਹਨਾਂ ਦੀ ਜੋ ਵੀ ਕੀ ਨੇ ਵੇਲਾਂ ਹੁੰਦੀਆਂ ਨੇਗੀਆਂ, ਉਹ ਇਸ ਤਰ੍ਹਾਂ ਅਰਥ ਦੇ ਸਰਫੇਸ ਦੇ ਉੱਤੇ ਕੀ ਹੈ ਨਾ, ਇਸ ਤਰ੍ਹਾਂ ਫੈਲੀਆਂ ਹੁੰਦੀਆਂ ਨੇਗੀਆਂ, ਨੀਚੇ ਉੱਪਰ ਨੂੰ ਨਹੀਂ ਗਰੋ ਕਰਦੇ ਜੋ ਕਰੀਪਰ ਹੁੰਦੇ ਨੇਗੇ। ਕਰੀਪਰ ਕੀ ਹੁੰਦੇ, ਵੀਕ ਸਟੈਮ ਹੁੰਦਾ, ਕੈਨ ਨਾਟ ਸਟੈਂਡ ਸਪਰੈਡ ਔਨ ਗਰਾਊਂਡਸ, ਜਿਵੇਂ ਪੰਪਕਿਨ ਆ ਗਿਆ, ਠੀਕ ਹੈ, ਵਾਟਰਮੈਲਨਸ ਆ ਗਏ, ਇਹਨਾਂ ਦੀਆਂ ਵੇਲਸ ਕੀ ਹੁੰਦੀਆਂ ਨੇ, ਧਰਤੀ 'ਤੇ ਇਸ ਤਰ੍ਹਾਂ ਵਿਛੀਆਂ ਹੁੰਦੀਆਂ ਨੇਗੀਆਂ, ਇਹਨਾਂ ਦੇ ਵੀਕ ਸਟੈਮ ਹੁੰਦੇ ਨੇ, ਇਸ ਲਈ ਖੜ੍ਹੇ ਨਹੀਂ ਹੋ ਸਕਦੇ। ਤਾਂ ਸਟੈਮ ਦੇ 2 ਕਾइंड्स ਆ ਗਈਆਂ, ਕਲਿੰਬਰ ਅਤੇ ਕਰੀਪਰ। ਨੈਕਸਟ ਪੁਆਇੰਟ ਆ ਗਿਆ ਆਪਣੇ ਕੋਲ ਲੀਵਸ। ਥਰਡ ਪਾਰਟ ਆ ਗਿਆ ਜੋ ਆਪਣੇ ਇਹਦਾ ਪਲਾਂਟਸ ਦਾ, ਪਾਰਟਸ ਆਫ ਪਲਾਂਟਸ ਦਾ ਥਰਡ ਆ ਗਿਆ ਰੂਟ, ਸਟੈਮ, ਅਤੇ ਥਰਡ ਆ ਗਿਆ ਲੀਵਸ। ਲੀਵਸ ਨੂੰ ਕੀ ਕਿਹਾ ਜਾਂਦਾ, ਫੂਡ ਫੈਕਟਰੀ ਵੀ ਕਿਹਾ ਜਾਂਦਾ ਹੈ, ਠੀਕ ਹੈ। ਪੱਤੇ ਹੁੰਦੇ ਨੇ ਜੋ, ਸਾਰਾ ਕੁਛ ਉੱਥੇ ਹੀ ਬਣਦਾ ਫੂਡਸ ਦੇ ਲਈ, ਜੋ ਵੀ ਜਿਵੇਂ ਫੋਟੋਸਿੰਥੇਸਿਸ ਦਾ ਪ੍ਰੋਸੈਸ ਆ ਗਿਆ ਉਹ ਲੀਵਸ ਦੇ ਵਿੱਚ ਹੀ ਹੁੰਦਾ ਹੈਗਾ, ਠੀਕ ਹੈ ਜੀ। ਕਲੋਰੋਫਿਲ ਦਾ ਪ੍ਰੋਸੈਸ, ਜੋ ਫੋਟੋਸਿੰਥੇਸਿਸ ਦਾ ਪ੍ਰੋਸੈਸ ਆ, ਜਿਹਦੇ ਕਰਕੇ ਕੀ ਫੂਡ ਆਪਣਾ ਪਲਾਂਟਸ ਨੇ ਆਪਣਾ ਭੋਜਨ ਤਿਆਰ ਕਰਦੇ ਨੇਗੇ। ਤਾਂ ਜਿਹੜੇ ਪਲਾਂਟਸ ਦੇ ਲੀਵਸ ਨੇ ਉਹਨਾਂ ਨੂੰ ਫੂਡ ਫੈਕਟਰੀ ਕਿਹਾ ਜਾਂਦਾ ਪਲਾਂਟਸ ਦੀ, ਠੀਕ ਹੈ। ਲੀਵਸ ਦੇ ਵਿੱਚ ਕੀ ਹੁੰਦਾ, ਇੱਕ ਵੀਨ ਲਾਈਕ ਸਟਰਕਚਰਸ ਹੁੰਦੇ ਨੇ, ਵੀਨ ਨੈਟਵਰਕ ਹੁੰਦਾ, ਠੀਕ ਹੈ, ਅਲੱਗ-ਅਲੱਗ। ਇਹ 2 ਤਰ੍ਹਾਂ ਦਾ ਹੁੰਦਾ, ਇੱਕ ਰੈਟੀਕੂਲਰ, ਇੱਕ ਪੈਰਲਲ। ਰੈਟੀਕੂਲਰ ਦੇ ਵਿੱਚ ਇੱਕ ਮੇਨ ਵੀਨ ਹੁੰਦੀ ਹੈ, ਇਸ ਤਰ੍ਹਾਂ ਜਿਵੇਂ ਮੰਨ ਲਓ ਪਲਾਂਟ ਲੀਵ ਹੈ, ਇਹ ਇੱਕ ਉਹਦੀ ਮੇਨ ਲੀਵ ਹੁੰਦੀ ਹੈਗੀ, ਠੀਕ ਹੈ। ਅਤੇ ਉਹ ਮੇਨ ਲੀਵ ਤੋਂ ਹੀ ਫਰਦਰ ਕੀ ਹੈ, ਉਹਦੀ ਬਾਕੀ ਦੀਆਂ ਵੀਨਸ ਇਸ ਤਰ੍ਹਾਂ ਡਿਸਟਰੀਬਿਊਟ ਹੋਈਆਂ ਹੁੰਦੀਆਂ ਨੇਗੀਆਂ, ਠੀਕ ਹੈ ਜੀ। ਵੈਬ ਲਾਈਕ ਸਟਰਕਚਰ ਬਣਾ ਲੈਂਦੇ ਨੇ ਇੱਕ, ਠੀਕ ਹੈ ਜੀ।
ਤੇ ਇੱਕ ਰੈਟੀਕੂਲਰ ਦੇ ਵਿੱਚ ਵਨ ਮੇਨ ਵੀਨ ਹੁੰਦੀ ਹੈਗੀ ਤੇ ਵੈਬ ਲਾਈਕ ਸਟਰਕਚਰ ਬਣਾਇਆ ਹੁੰਦਾ ਇਸ ਤਰ੍ਹਾਂ, ਠੀਕ ਹੈ। ਇੱਕ ਹੁੰਦੇ ਨੇ ਪੈਰਲਲ ਦੇ ਵਿੱਚ ਜਿਹੜੀ ਮੇਨ ਵੀਨ ਹੁੰਦੀ ਆ ਉਹ ਤੋਂ ਜਦੋਂ ਸਪਰੈਡ ਹੁੰਦੀ ਹੈ ਜਾਂ ਡਿਵੀਜ਼ਨ ਹੁੰਦੀ ਹੈ ਫਰਦਰ, ਠੀਕ ਹੈ, ਉਹ ਪੈਰਲਲ ਹੁੰਦੀਆਂ ਨੇ ਵੀਨਸ ਸਾਰੀਆਂ ਇਸ ਤਰ੍ਹਾਂ। ਤੁਸੀਂ ਦੇਖੇ ਹੋਣਗੇ ਕਾਫੀ ਪਲਾਂਟਸ ਦੇ ਇਸ ਤਰ੍ਹਾਂ ਦੀ ਡਿਵੀਜ਼ਨ ਫੈਲੀ ਹੁੰਦੀ ਹੈਗੀ, ਪੈਰਲਲ ਹੁੰਦੀ, ਤਾਂ ਉਹਨਾਂ ਨੂੰ ਕੀ ਕਹਿੰਦੇ ਪੈਰਲਲ ਕਿਹਾ ਜਾਂਦਾ, ਪੈਰਲਲ ਕਾਈਂਡ ਆ ਜਾਂਦੀਆਂ ਨੇ ਉਹ ਲੀਵਸ ਦੀਆਂ। ਤੇ ਫਾਈਨਲ ਜੋ ਪਾਰਟ ਆ ਗਿਆ ਪਲਾਂਟਸ ਦਾ ਫਲਾਵਰ ਦਾ ਫੰਕਸ਼ਨ ਕੀ ਹੁੰਦਾ, ਫੂਡ ਸਟੋਰ ਕਰਨਾ, ਰੀਪਰੋਡਕਸ਼ਨ, ਪੋਲੀਨੇਟਰਸ ਦੀ ਤਰ੍ਹਾਂ ਕੰਮ ਕਰਦੇ ਨੇ, ਅਟਰੈਕਟ ਕਰਦੇ ਨੇ ਬੀਜ਼ ਨੂੰ, ਪੋਲੀਨੇਸ਼ਨ ਕਰਨਾ, ਫਰਦਰ ਗਰੋ ਕਰਨਾ ਪਲਾਂਟਸ ਨੂੰ, ਠੀਕ ਹੈ, ਆਪਣੇ ਬੀਜ਼ ਤੋਂ, ਠੀਕ ਹੈ। ਇਹ ਫਲਾਵਰ ਪਾਰਟ ਆਪਣੇ ਜੋ ਪਲਾਂਟ ਦਾ ਲਾਸਟ ਪਾਰਟ ਸੀਗਾ ਫਲਾਵਰ। ਤੇ ਇੱਥੇ ਤੱਕ ਆਪਣਾ ਇਹ ਚੈਪਟਰ ਆ ਜਿਹੜਾ, ਇਹਦੇ ਜੋ ਕੁਐਸਚਨ ਨੇਗੇ ਉਹ ਖਤਮ ਹੁੰਦੇ ਨੇਗੇ। ਹੋਪਫੁਲੀ ਤੁਸੀਂ ਸਾਰਿਆਂ ਦਾ ਜੋ ਵੀ ਪੁਆਇੰਟ ਰਹਿੰਦੇ ਸੀਗੇ ਆਲਰੇਡੀ ਕਵਰ ਕਰ ਲਏ ਹੋਣਗੇ, ਜੋ ਵੀ 1-2 ਪੁਆਇੰਟ ਰਹਿੰਦੇ ਸੀਗੇ ਉਸ ਵੀਡੀਓ ਦੇ ਥਰੂ ਕਵਰ ਹੋ ਗਏ ਹੋਣਗੇ। ਤੇ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਕੱਲ੍ਹ ਨੂੰ। ਵੀਡੀਓ ਦੇਖਣ ਲਈ ਥੈਂਕ ਯੂ।